ਸ਼ੁਰੂ ਕਰਦੇ ਹਾਂ ਉਸ ਤੋਂ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਬੜਾ ਖੁਸ਼ੀਆਂ ਦਾ ਦਿਨ ਹੈ। ਮਾਲਕਾਂ ਦੇ ਦਰਬਾਰ ਤੇ ਨਿਸ਼ਾਨ ਸਾਹਿਬ ਦੀ ਚੜਾਈ ਹੋਈ ਹੈ ਇਸ ਅੰਬ ਦਰਬਾਰ ਵਿਖੇ। ਸੋ ਸਭ ਤੋਂ ਪਹਿਲਾਂ ਤਾਂ ਆਈ ਹੋਈ ਸਾਰੀ ਸੰਗਤ ਨੂੰ ਅੱਜ ਇਸ ਪਵਿੱਤਰ ਨਿਸ਼ਾਨ ਸਾਹਿਬ ਦੀ ਚੜਾਈ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਔਰ ਜਿੰਨੇ ਵੀ ਜੀਵ ਅੱਜ ਇਸ ਨਿਸ਼ਾਨ ਸਾਹਿਬ ਦੀ ਚੜਾਈ ਦੇ ਖੁਸ਼ੀਆਂ ਭਰੇ ਅਵਸਰ ਤੇ ਮਾਲਕ ਦੇ ਦਰਬਾਰ 'ਚ ਪਹੁੰਚੇ ਹੈ, ਅਸੀਂ ਇਹ ਉਸ ਮਾਲਕ ਅੱਗੇ ਬੇਨਤੀ ਕਰਾਂਗੇ ਕਿ ਜਿੱਦਾਂ ਇਹਨਾਂ ਨੇ ਨਿਸ਼ਾਨ ਸਾਹਿਬ ਦੀ ਚੜਾਈ ਦੇਖੀ ਹੈ, ਮਾਲਕ ਤੁਹਾਨੂੰ ਵੀ ਸਦਾ ਚੜਾਈਆਂ 'ਚ ਹੀ ਰੱਖੇ, ਚੜ੍ਹਦੀਆਂ ਕਲਾਂ 'ਚ ਰੱਖੇ, ਕਾਮਯਾਬੀ ਦੇਵੇ, ਸਫਲਤਾ ਦੇਵੇ। ਆਉਣ ਵਾਲੇ ਸਮੇਂ 'ਚ ਤੁਹਾਡੀ ਵੀ ਹਰ ਪਾਸੇ ਚੜਾਈ ਹੋਵੇ, ਖੁਸ਼ੀਆਂ, ਸਫਲਤਾ, ਕਾਮਯਾਬੀ, ਚਾਹੇ ਉਹ ਕਾਰੋਬਾਰ ਹੋਵੇ, ਚਾਹੇ ਰੂਹਾਨੀਅਤ ਹੋਵੇ, ਚਾਹੇ ਸਿਹਤ ਨੂੰ ਲੈ ਕੇ ਹੋਵੇ, ਹਰ ਪਾਸੇ ਹੀ ਮਾਲਕ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖਣ, ਕਾਮਯਾਬੀਆਂ ਦੇਣ, ਸਫਲਤਾ ਦੇਣ। ਕਿਉਂਕਿ ਜਦੋਂ ਫਕਰਾਂ ਦੇ ਝੰਡੇ ਚੜ੍ਹਦੇ ਨੇ, ਕਰਮਾਂ ਵਾਲੇ ਹੀ ਦੀਦ ਕਰਦੇ ਨੇ। ਜਦੋਂ ਫਕੀਰਾਂ ਦੇ ਦਰ ਤੇ ਨਿਸ਼ਾਨ ਚੜ੍ਹਾਏ ਜਾਂਦੇ ਆ ਤਾਂ ਬੜੇ ਕਰਮ ਚੰਗੇ ਹੁੰਦੇ, ਜਿਹੜੇ ਉਸ ਟਾਈਮ, ਉਸ ਘੜੀ, ਉਸ ਪਲ ਉਹ ਦੀਦ ਕਰਦੇ ਆ। ਦੀਦ ਦਾ ਮਤਲਬ ਉਹ ਨਜ਼ਾਰਾ ਲੈਂਦੇ ਆ, ਉਹ ਦਰਸ਼ਨ ਕਰਦੇ ਆ। ਔਰ ਵਾਕਿਆ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਫਕੀਰਾਂ ਦੇ ਝੰਡੇ ਚੜ੍ਹਾਏ ਜਾਂਦੇ ਨੇ, ਇਹ ਸੋਚੋ ਇਹ ਝੰਡਾ ਨਹੀਂ ਚੜ੍ਹ ਰਿਹਾ, ਇਹ ਮੇਰਾ ਨਸੀਬ ਚੜ੍ਹ ਰਿਹਾ ਹੈ, ਮੇਰੀ ਤਕਦੀਰ ਦਾ ਸਿਤਾਰਾ ਚੜ੍ਹ ਰਿਹਾ ਹੈ, ਇਹ ਮੇਰੀ ਕਿਸਮਤ ਚੜ੍ਹ ਰਹੀ ਹੈ। ਹੁਣ ਜਿੱਦਾਂ ਬੰਦਾ ਕਹਿੰਦਾ ਨਾ, ਮੇਰੀ ਕਿਸਮਤ ਸੁੱਤੀ ਪਈ ਹੈ, ਹੁਣ ਜਾਗ ਰਹੀ ਹੈ ਮੇਰੀ ਕਿਸਮਤ, ਮੇਰੇ ਭਾਗ ਸੁੱਤੇ ਹੋਏ ਆ। ਉਹ ਹੁਣ ਫਕੀਰਾਂ ਦੇ ਝੰਡੇ ਚੜ੍ਹ ਰਹੇ ਆ, ਤਾਂ ਹੁਣ ਸਮਝ ਲਓ ਕਿ ਸਾਡੇ ਜੀਵਨ ਤੇ ਵੀ ਕਾਮਯਾਬੀ ਦਾ ਰੰਗ, ਖੁਸ਼ੀਆਂ ਦਾ ਰੰਗ, ਸਫਲਤਾ ਦਾ ਰੰਗ, ਮਾਲਕ ਦੀਆਂ ਰਹਿਮਤਾਂ ਦਾ ਰੰਗ ਚੜ੍ਹ ਰਿਹਾ ਹੈ। ਕਿਉਂਕਿ ਜਿੱਦਾਂ ਦੀ ਭਾਵਨਾ ਅਸੀਂ ਆਪਣੇ ਅੰਦਰ ਰੱਖਣੀ ਹੈ ਨਾ, ਹਮੇਸ਼ਾ ਦੱਸੀਦਾ ਹੈ, ਇਹ ਬੰਦਾ ਸੋਚਦਾ ਨਿਸ਼ਾਨ ਸਾਹਿਬ ਨਹੀਂ ਚੜ੍ਹ ਰਿਹਾ ਹੈ, ਇਹ ਤਾਂ ਮੇਰੀ ਕਿਸਮਤ ਦਾ ਸਿਤਾਰਾ ਬੁਲੰਦੀ ਤੇ ਜਾ ਰਿਹਾ ਹੈ, ਇਹ ਤਾਂ ਮੇਰੇ ਤੇ ਮਾਲਕ ਦੀ ਰਹਿਮਤ ਦਾ ਰੰਗ ਚੜ੍ਹ ਰਿਹਾ ਹੈ। ਤਾਂ ਵਾਕਈ ਜਿੱਦਾਂ ਜਿੱਦਾਂ ਨਿਸ਼ਾਨ ਸਾਹਿਬ ਚੜ੍ਹਦਾ, ਬੰਦੇ ਦੇ ਜੀਵਨ ਤੇ ਵੀ ਉਹਦੀਆਂ ਰਹਿਮਤਾਂ ਦਾ ਰੰਗ, ਖੁਸ਼ੀਆਂ ਦਾ ਰੰਗ, ਕਾਮਯਾਬੀ, ਸਫਲਤਾ ਦਾ ਰੰਗ ਚੜ੍ਹਦਾ ਚਲਾ ਜਾਂਦਾ ਹੈ। ਔਰ ਵੈਸੇ ਵੀ ਗੁਰੂ, ਰਹਿਬਰ, ਪੀਰ, ਫਕੀਰ ਸਾਨੂੰ ਇਹ ਈਸ਼ਵਰ ਦੇ ਪਿਆਰ ਦਾ, ਉਸ ਮਾਲਿਕ ਦੇ ਇਸ਼ਕ ਦਾ ਰੰਗ ਹੀ ਤਾਂ ਚੜ੍ਹਾਉਣ ਆਉਂਦੇ ਹੈ। ਕਿਉਂਕਿ ਬੁੱਲੇ ਸ਼ਾਹ ਕਹਿੰਦੇ ਨਾ ਕਿ ਬੁੱਲੇ ਸ਼ਾਹ ਰੰਗ ਮੁਰਸ਼ਦ ਵਾਲਾ ਕਿਸੇ ਕਿਸੇ ਨੂੰ ਚੜ੍ਹਦਾ। ਕਈ ਵਾਰ ਇਹ ਸ਼ਬਦ ਬਾਰੇ ਦੱਸਿਆ ਅਸੀਂ, ਪਰ ਇੱਥੇ ਅੱਜ ਇਸ਼ਾਰਾ ਹੀ ਕਰਾਂਗੇ ਕਿ ਬੁੱਲੇ ਸ਼ਾਹ ਵੀ ਇਹੀ ਇਸ਼ਾਰਾ ਕਰ ਰਹੇ ਹੈ ਕਿ ਕਰਮਾਂ ਵਾਲੇ ਹੁੰਦੇ ਆ ਉਹ, ਜਿਨ੍ਹਾਂ ਦੇ ਉੱਪਰ ਉਹ ਮੁਰਸ਼ਦ ਦਾ, ਉਹਦੇ ਇਸ਼ਕ ਦਾ, ਉਹਦੇ ਪ੍ਰੇਮ ਦਾ, ਉਹਦੇ ਵਿਸ਼ਵਾਸ ਦਾ ਰੰਗ ਚੜ੍ਹ ਜਾਂਦਾ ਹੈ। ਇਸ ਲਈ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਤੁਸੀਂ ਸਾਰੇ ਇਸ ਖੁਸ਼ੀਆਂ ਦੇ ਮੌਕੇ ਤੇ ਪਹੁੰਚੇ ਹੋ, ਤਾਂ ਵਾਕਈ ਤੁਹਾਡੇ ਜੀਵਨ 'ਚ ਵੀ ਇਹ ਸਮਝ ਲਓ ਅੱਜ ਤੋਂ ਮਹਿਸੂਸ ਕਰਦੇ ਜਾਣਾ ਹੈ। ਤੁਸੀਂ ਜਦੋਂ ਜਾਣਾ ਘਰ ਨੂੰ, ਮਹਿਸੂਸ ਕਰਦੇ ਜਾਣਾ ਹੈ ਔਰ ਆਪਣੇ ਅੰਦਰ ਇਹ ਸਦਾ ਯਾਦ ਰੱਖਣਾ ਹੈ ਕਿ ਮੇਰੇ ਉੱਪਰ ਵੀ ਮੇਰੇ ਮਾਲਕ ਦੀ ਰਹਿਮਤਾਂ ਦਾ ਰੰਗ ਸਦਾ ਚੜ੍ਹ ਰਿਹਾ ਹੈ। ਮਹਿਸੂਸ ਕਰਨਾ ਹੈ, ਅੰਦਰ ਬੋਲਣਾ ਵੀ ਹੈ ਕਿ ਮੈਂ ਕਿਉਂ ਚਿੰਤਾ ਕਰਾਂ, ਜਿਹਦੇ ਤੇ ਉਹਦੀ ਰਹਿਮਤ ਦਾ ਰੰਗ ਚੜਿਆ ਹੋਵੇ, ਉਹਨੂੰ ਦੁਨੀਆ ਦੀ ਚਿੰਤਾ, ਦੁਨੀਆ ਦੀ ਫਿਕਰ, ਦੁਨੀਆ ਦਾ ਖੌਫ, ਡਰ, ਭੈ ਰੱਖਣ ਦੀ ਜ਼ਰੂਰਤ ਹੀ ਨਹੀਂ ਹੈ। ਸੋ ਮੇਰੇ ਜੀਵਨ ਤੇ ਵੀ ਜਦੋਂ ਮੇਰੇ ਮਾਲਿਕ ਦੀਆਂ ਰਹਿਮਤਾਂ ਦਾ ਰੰਗ ਹੈ, ਉਹਦੇ ਪ੍ਰੇਮ ਦਾ ਰੰਗ ਹੈ, ਉਹਦੀ ਮੁਹੱਬਤ ਦਾ ਰੰਗ ਹੈ, ਤਾਂ ਫਿਰ ਮੈਂ ਕਿਉਂ ਚਿੰਤਾ ਕਰਦਾ ਹੈ? ਕਿਉਂਕਿ ਜਿਹੜੇ ਉਹਦੇ ਰੰਗ ਰੰਗੇ ਗਏ ਨਾ, ਉਹਨਾਂ ਦੀ ਸੰਭਾਲ ਵੀ ਉਹ ਆਪ ਹੀ ਕਰਦਾ ਹੈ। ਸਮਝ ਦਿਓ। ਔਰ ਵੈਸੇ ਵੀ ਇਹ ਗੱਲ ਦੱਸਾਂਗੇ ਕਿ ਜਿਹੜੇ ਮੁਰਸ਼ਦ ਨਾਲ ਪਿਆਰ ਕਰਨ ਵਾਲੇ ਹੁੰਦੇ ਹੈ, ਗੁਰੂ ਦੇ ਨਾਲ ਪਿਆਰ ਕਰਨ ਵਾਲੇ ਹੁੰਦੇ ਹੈ, ਆਪਣੇ ਉਸ ਮਾਲਿਕ ਦੇ ਨਾਮ ਦੇ ਨਾਲ ਪਿਆਰ ਕਰਨ ਵਾਲੇ ਹੁੰਦੇ ਹੈ, ਫਿਰ ਪਰਮਾਤਮਾ ਵੀ ਉਹਨਾਂ ਨੂੰ ਬੜਾ ਪਿਆਰ ਕਰਦਾ ਹੈ, ਉਹ ਮਾਲਿਕ ਵੀ ਬੜਾ ਪਿਆਰ ਕਰਦਾ ਹੈ। ਕਿਉਂਕਿ ਪ੍ਰੇਮ ਨੂੰ ਹੀ ਤਾਂ ਪ੍ਰੇਮ ਖਿੱਚਦਾ ਹੈ। ਸਮਝਦੇ ਹੋ ਕਿ ਨਹੀਂ? ਤੁਸੀਂ ਇੱਕ ਸਧਾਰਨ ਇਨਸਾਨ ਨੂੰ ਕਹੋ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ, ਤਾਂ ਅਗਲਾ ਵੀ ਕਹਿੰਦਾ ਮੈਂ ਵੀ ਤੈਨੂੰ ਫਿਰ ਪਿਆਰ ਕਰਦਾ ਹੈ। ਹੁਣ ਜਰਾ ਗੌਰ ਕਰਨਾ, ਇੱਕ ਸਧਾਰਨ ਇਨਸਾਨ ਜਦੋਂ ਸਾਡੇ ਪਿਆਰ ਨੂੰ ਸਮਝ ਕੇ ਸਾਨੂੰ ਪਿਆਰ ਕਰਦਾ ਹੈ, ਫਿਰ ਉਹ ਤਾਂ ਹੈ ਹੀ ਉਹ ਮਾਲਿਕ ਜਿਸ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ, ਜਿਸ ਨੇ ਸਾਨੂੰ ਜੀਵਨ ਦਿੱਤਾ, ਜਨਮ ਦਿੱਤਾ। ਅਗਰ ਅਸੀਂ ਉਸ ਨਾਲ ਪ੍ਰੇਮ ਕਰਦੇ ਹਾਂ, ਉਹਦੇ ਪਿਆਰਿਆਂ ਨਾਲ ਪ੍ਰੇਮ ਕਰਦੇ ਹਾਂ, ਤਾਂ ਫਿਰ ਪਰਮਾਤਮਾ ਵੀ ਕਹਿੰਦਾ ਜੇ ਤੂੰ ਮੇਰੇ ਨਾਲ ਜਾਂ ਮੇਰੇ ਪਿਆਰਿਆਂ ਨਾਲ ਪਿਆਰ ਕਰਦਾ ਹੈ ਤਾਂ ਤੇਰਾ ਖਿਆਲ ਮੈਂ ਆਪ ਰੱਖੂੰਗਾ। ਸਮਝਦੇ ਹੋ ਕਿ ਨਹੀਂ? ਇੱਕ ਵੈਸੇ ਵੀ ਕਹਾਵਤ ਹੈ, ਕਹਿੰਦੇ ਅਗਰ ਕਿਸੇ ਕੋਲ ਕੋਈ ਚੀਜ਼ ਹੈ ਨਾ, ਤੁਸੀਂ ਉਹਨੂੰ ਖੁਸ਼ ਕਰਨਾ ਹੈ ਤਾਂ ਉਹਦੀ ਚੀਜ਼ ਦੀ ਤਾਰੀਫ ਕਰੋ। ਸਮਝਦੇ ਹੋ ਕਿ ਨਹੀਂ? ਉਹਦੀ ਚੀਜ਼ ਦੀ ਤਾਰੀਫ ਕਰੋ, ਉਹਦੀ ਚੀਜ਼ ਦੀ ਤਾਰੀਫ ਕਰਨਾ, ਉਹ ਖੁਸ਼ ਹੋ ਜਾਏਗਾ ਕਿ ਇਹਨਾਂ ਮੇਰੀ ਚੀਜ਼ ਦੀ ਤਾਰੀਫ ਕੀਤੀ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਕਿਸੇ ਕੋ ਚਾਹੇ ਗੱਡੀ ਹੈ, ਚਾਹੇ ਕਿਸੇ ਕੋਲ ਕੋਈ ਮੋਟਰਸਾਈਕਲ ਹੈ, ਚਾਹੇ ਕਿਸੇ ਕੋਲ ਕੋਈ ਘਰ ਹੈ, ਜੇ ਕੋਈ ਉਹਦੀ ਤਾਰੀਫ ਕਰੇ ਨਾ, ਤੇਰੀ ਗੱਡੀ ਬਹੁਤ ਸੋਹਣੀ ਹੈ, ਤਾਂ ਬੰਦਾ ਦਿਲ ਖੁਸ਼ ਹੋ ਜਾਂਦਾ। ਬੰਦਾ ਕਹਿੰਦਾ ਵਾਹ, ਇਹ ਹੈ ਵੀ ਇਹ ਨਾ ਮੇਰੇ ਕੋਲ ਜੋ ਵੀ ਹੈ ਨਾ, ਇਹਨੇ ਮੇਰੀ ਚੀਜ਼ ਦੀ ਤਾਰੀਫ ਕੀਤੀ ਹੈ। ਬੰਦਾ ਉਹਦੇ ਨਾਲ ਪਿਆਰ ਕਰਦਾ ਹੈ। ਹੁਣ ਜ਼ਰਾ ਸਮਝਣਾ,
ਹੁਣ ਅਗਰ ਤੁਸੀਂ ਕਿਸੇ ਦੇ ਘਰ ਦੀ, ਕਿਸੇ ਦੀ ਗੱਡੀ ਦੀ, ਇੱਥੇ ਤੱਕ ਕਿ ਕਿਸੇ ਨੇ ਕੋਈ ਜਾਨਵਰ ਵੀ ਘਰ 'ਚ ਰੱਖਿਆ ਹੋਵੇ ਨਾ, ਕੁੱਤਾ ਹੀ ਰੱਖਿਆ ਹੋਵੇ, ਬਿੱਲੀ ਰੱਖੀ ਹੋਵੇ, ਬੰਦਾ ਉਹਦੀ ਤਾਰੀਫ ਕਰ ਦੇਵੇ ਕਿ ਵਾਹ ਵੀ ਤੇਰਾ ਇਹ ਕੁੱਤਾ ਬਹੁਤ ਸੋਹਣਾ, ਤੇਰੀ ਬਿੱਲੀ ਬਹੁਤ ਸੋਹਣੀ ਹੈ, ਇਹ ਜਾਨਵਰ ਬਹੁਤ ਸੋਹਣਾ, ਘੋੜਾ ਬਹੁਤ ਸੋਹਣਾ ਰੱਖਿਆ ਹੈ, ਤਾਂ ਬੰਦਾ ਉੱਥੇ ਵੀ ਖੁਸ਼ ਹੋ ਜਾਂਦਾ ਹੈ। ਤਾਂ ਫਿਰ ਜ਼ਰਾ ਸੋਚੋ, ਜੇ ਇੱਕ ਜਾਨਵਰ ਦੀ ਤਾਰੀਫ ਕਰਨ ਨਾਲ ਬੰਦਾ, ਉਹਦਾ ਮਾਲਿਕ ਖੁਸ਼ ਹੋ ਜਾਂਦਾ ਹੈ, ਸਮਝਦੇ ਹੋ ਕਿ ਨਹੀਂ? ਇੱਕ ਗੱਡੀ ਦੀ ਤਾਰੀਫ ਕਰਨ ਨਾਲ ਉਹਦਾ ਮਾਲਿਕ ਖੁਸ਼ ਹੋ ਜਾਂਦਾ ਹੈ, ਤਾਂ ਜਦੋਂ ਅਸੀਂ ਆਪਣੇ ਫਕੀਰਾਂ ਨਾਲ ਜੁੜਾਂਗੇ, ਫਕੀਰਾਂ ਦੀ ਤਾਰੀਫ ਕਰਾਂਗੇ, ਤਾਂ ਉਹਨਾਂ ਦਾ ਮਾਲਿਕ ਉਹ ਖੁਦਾ ਕਿਉਂ ਨਹੀਂ ਖੁਸ਼ ਹੋਏਗਾ? ਉਹਦੀ ਖਲਕਤ ਦੀ ਤਾਰੀਫ ਕਰਾਂਗੇ, ਉਹਦੇ ਬਣਾਏ ਹੋਏ ਇਨਸਾਨਾਂ ਦੀ ਤਾਰੀਫ ਕਰਾਂਗੇ, ਇਹ ਦੁਨੀਆ ਦੀ ਤਾਰੀਫ ਕਰਾਂਗੇ, ਤਾਂ ਫਿਰ ਇਹ ਦੁਨੀਆ ਨੂੰ ਬਣਾਉਣ ਵਾਲਾ ਉਹਦਾ ਮਾਲਿਕ ਖੁਸ਼ ਹੋਏਗਾ ਕਿ ਨਹੀਂ? ਜੇ ਤੁਸੀਂ ਗੱਡੀ ਦੇ ਮਾਲਿਕ ਹੋ, ਤੁਹਾਡੀ ਗੱਡੀ ਦੀ ਤਾਰੀਫ ਹੁੰਦੀ, ਤੁਹਾਨੂੰ ਖੁਸ਼ੀ ਹੁੰਦੀ ਹੈ। ਤਾਂ ਜਿਹਨਾਂ ਇੰਨੀਆਂ ਸੋਹਣੀਆਂ ਸੂਰਤਾਂ ਬਣਾਈਆਂ, ਇੰਨੇ ਸੋਹਣੇ ਇਹ ਸੰਸਾਰ ਦੀ ਰਚਨਾ ਕਰ ਦਿੱਤੀ, ਇਸ ਕਰਕੇ ਤੁਹਾਡਾ ਤਾਂ ਪਤਾ ਨਹੀਂ, ਅਸੀਂ ਉਹਨੂੰ ਜ਼ਰੂਰ ਖੁਸ਼ ਕਰਨਾ ਚਾਹਾਂਗੇ, ਤੁਸੀਂ ਸਾਰੇ ਬੜੇ ਅੱਛੇ ਹੋ, ਬੜੇ ਪਿਆਰੇ ਹੋ, ਇਹ ਮੇਰੇ ਮਾਲਿਕ ਸ਼ੁਕਰ ਹੈ, ਇਹ ਤੇਰਾ ਬਣਾਇਆ ਸੰਸਾਰ, ਤੇਰੇ ਬਣਾਏ ਜੀਵ ਦੇਖੋ ਕਿੰਨੇ ਪਿਆਰੇ, ਕਿੰਨੇ ਅੱਛੇ, ਔਰ ਸਾਨੂੰ ਪੂਰਾ ਯਕੀਨ ਹੈ ਜਦੋਂ ਇਹ ਗੱਲ ਅਸੀਂ ਕਹਿੰਦੇ ਆ ਤਾਂ ਸਾਡਾ ਮਾਲਿਕ ਖੁਸ਼ ਵੀ ਹੁੰਦਾ ਹੈ। ਇਸ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰਨ ਦਾ ਇੱਕ ਬੜਾ ਆਸਾਨ ਜਿਹਾ ਰਸਤਾ ਹੈ, ਸਮਝਦੇ ਹੋ ਕਿ ਨਹੀਂ? ਆਪਣੇ ਰੱਬ ਨੂੰ ਖੁਸ਼ ਕਰਨਾ ਹੈ ਤਾਂ ਰੱਬ ਦੀ ਬਣਾਈ ਹੋਈ ਮਖਲੂਕ ਦੀ ਤਾਰੀਫ ਕਰਨੀ ਸ਼ੁਰੂ ਕਰ ਦਿਓ। ਜ਼ਰਾ ਸਮਝਣਾ, ਸਮਝ ਆਈ ਕਿ ਨਹੀਂ? ਤੁਸੀਂ ਇੱਕ ਚਾਹ ਬਣਾ ਦਿੰਦੇ ਹੋ, ਕੋਈ ਚਾਹ ਦੀ ਤਾਰੀਫ ਕਰ ਦੇਵੇ, ਇੱਕ ਦਾਲ ਸਬਜ਼ੀ ਬਣਾ ਦਿੰਦੇ ਹੋ, ਰੋਟੀ ਬਣਾ ਦਿੰਦੇ ਹੋ, ਕੋਈ ਤਾਰੀਫ ਕਰ ਦੇਵੇ, ਤੁਸੀਂ ਕੋਈ ਵੀ ਛੋਟਾ ਜਿਹਾ ਕੰਮ ਕਰਦੇ ਹੋ ਆਪਣੇ ਹੱਥੀਂ, ਉਹਦੀ ਕੋਈ ਤਾਰੀਫ ਕਰ ਦੇਵੇ, ਤੁਹਾਨੂੰ ਖੁਸ਼ੀ ਹੁੰਦੀ ਹੈ ਜਾਂ ਨਹੀਂ? ਤਾਂ ਫਿਰ ਉਸ ਮਾਲਿਕ ਨੇ, ਪਰਮਾਤਮਾ ਨੇ ਸਾਡੀ ਸਾਰਿਆਂ ਦੀ ਰਚਨਾ ਕੀਤੀ, ਸਾਨੂੰ ਸਾਰਿਆਂ ਨੂੰ ਬਣਾਇਆ, ਇਹ ਸੰਸਾਰ ਨੂੰ ਬਣਾਇਆ, ਤਾਂ ਜੇ ਅਸੀਂ ਰਲ ਕੇ ਉਹਦੇ ਬਣਾਏ ਸੰਸਾਰ ਦੀ, ਹਰ ਇਨਸਾਨ ਦੀ ਤਾਰੀਫ ਕਰਾਂਗੇ ਤਾਂ ਫਿਰ ਉਹਨੂੰ ਖੁਸ਼ੀ ਕਿਉਂ ਨਹੀਂ ਹੋਏਗੀ? ਹੁਣ ਜਰਾ ਗੌਰ ਕਰਨਾ। ਹੁਣ ਜਿੱਦਾਂ ਅਸੀਂ ਆਪਣੇ ਰੱਬ ਨੂੰ ਤਾਰੀਫ ਕਰਕੇ, ਉਹਦੀ ਬਣਾਈ ਖਲਕਤ ਦੀ, ਉਹਦੇ ਬਣਾਏ ਮਖਲੂਕ ਦੀ, ਉਹਦੇ ਬਣਾਏ ਇਨਸਾਨਾਂ ਦੀ ਤਾਰੀਫ ਕਰਕੇ ਖੁਸ਼ ਕਰ ਸਕਦੇ ਹਾਂ, ਤਾਂ ਹੁਣ ਨਾਰਾਜ਼ ਵੀ ਕਰਨਾ ਬੜਾ ਆਸਾਨ ਹੈ। ਉਹ ਕਿਦਾਂ? ਹੁਣ ਇਹ ਤੋਂ ਉਲਟ ਕਿ ਉਹਦੇ ਬਣਾਈ ਮਖਲੂਕ ਦੇ ਵਿੱਚ ਅਸੀਂ ਨੁਕਸ ਕੱਢਣੇ ਸ਼ੁਰੂ ਕਰ ਦਈਏ, ਬੁਰਾ ਬੋਲਣਾ ਸ਼ੁਰੂ ਕਰ ਦਈਏ, ਬੁਰਾ ਕਹਿਣਾ ਸ਼ੁਰੂ ਕਰ ਦਈਏ, ਤਾਂ ਫਿਰ ਕੀ ਹੋਏਗਾ? ਫਿਰ ਖਾਲਿਕ ਨੇ ਕੀ ਕਹਿਣਾ ਹੈ? ਖਾਲਿਕ ਯਾਨੀ ਉਹ ਮਾਲਿਕ ਨੇ ਕੀ ਕਹਿਣਾ ਹੈ ਕਿ ਮੇਰੀ ਬਣਾਈ ਚੀਜ਼ ਨੂੰ ਨਿੰਦ ਰਿਹਾ ਹੈ। ਕੋਈ ਤੁਹਾਨੂੰ ਕਹਿ ਦੇਵੇ ਕਿੱਦਾਂ ਦੀ ਚਾਹ ਬਣਾਈ ਹੈ, ਕਿੱਦਾਂ ਦੀ ਦਾਲ ਬਣਾਈ ਹੈ, ਕਿੱਦਾਂ ਦੀ ਚੀਜ਼ ਬਣਾਈ ਹੈ, ਬੇਕਾਰ ਜੀ, ਤਾਂ ਫਿਰ ਹੁਣ ਬਣਾਉਣ ਵਾਲੇ ਨੇ ਕਹਿਣਾ ਮੈਂ ਇੰਨੀ ਮਿਹਨਤ ਨਾਲ ਬਣਾਈ ਔਰ ਤੂੰ ਉਹਦੀ ਤਾਰੀਫ ਕਰਨ ਦੀ ਬਜਾਏ ਨਿੰਦਿਆ ਕਰ ਰਿਹਾ। ਸਮਝਦੇ ਹੋ ਕਿ ਨਹੀਂ? ਇਸ ਲਈ ਜੇ ਉਸ ਮਾਲਿਕ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜੀਵਨ ਦਿੱਤਾ ਹੈ, ਤਾਂ ਫਿਰ ਉਸ ਮਾਲਿਕ ਦੀ ਖੁਸ਼ੀ ਨੂੰ ਹਾਸਲ ਕਰਨ ਵਾਸਤੇ ਸਭ ਤੋਂ ਪਹਿਲਾ ਨਿਯਮ ਸਾਨੂੰ ਆਪਣੇ ਜੀਵਨ ਦਾ ਬਣਾਉਣਾ ਪਏਗਾ ਕਿ ਜੋ ਵੀ ਮੇਰੇ ਮਾਲਿਕ ਨੇ ਬਣਾਇਆ ਹੈ, ਮੈਂ ਆਪਣੇ ਮਾਲਿਕ ਦੀ ਬਣਾਈ ਹਰ ਚੀਜ਼ ਦੀ ਕੀ ਕਰਨੀ ਹੈ? ਤਾਰੀਫ ਕਰਨੀ ਹੈ। ਅੱਜ ਤਾਂ ਹੀ ਕਿਹਾ ਕੁਝ ਸਿੱਖ ਕੇ ਜਾਣਾ, ਸਮਝ ਕੇ ਜਾਣਾ, ਅਸੀਂ ਤਾਂ ਕਰਨੀ ਹੈ ਕਿ ਨਹੀਂ? ਇਸ ਲਈ ਆਪਣੇ ਆਪ ਨੂੰ ਉਸ ਸਟੇਜ ਤੇ ਲੈ ਕੇ ਜਾਣਾ ਹੈ ਕਿ ਜਿੱਥੇ, ਸਟੇਜ ਦਾ ਮਤਲਬ ਉਸ ਮੁਕਾਮ ਤੇ ਲੈ ਕੇ ਜਾਣਾ ਕਿ ਜਿੱਥੇ ਮੇਰੇ ਅੰਦਰੋਂ ਕਿਸੇ ਨੂੰ ਬੁਰਾਈ, ਕਿਸੇ ਨੂੰ ਬੁਰਾ, ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ ਨਿਕਲੇ ਹੀ ਨਾ, ਪਰ ਹਰ ਇੱਕ ਦੇ ਵਾਸਤੇ ਤਾਰੀਫ ਦੇ ਸ਼ਬਦ ਨਿਕਲਣ, ਹਰ ਇੱਕ ਦੇ ਵਾਸਤੇ ਅੱਛਾਈ ਦੇ ਸ਼ਬਦ ਨਿਕਲਣ। ਕਿਉਂਕਿ ਜਿੱਦਾਂ ਜਿੱਦਾਂ ਸਾਡੇ ਅੰਦਰੋਂ ਤਾਰੀਫ ਨਿਕਲਦੀ ਹੈ, ਅੱਛਾਈ ਨਿਕਲਦੀ ਹੈ ਕਿ ਵਾਹ ਮੇਰੇ ਮਾਲਿਕ, ਤੇਰੀ ਬਣਾਈ ਕੁਦਰਤ, ਤੇਰਾ ਬਣਾਇਆ ਸੰਸਾਰ, ਤੇਰਾ ਬਣਾਇਆ ਹਰ ਇਨਸਾਨ ਅੱਛਾ ਹੈ, ਤੇਰਾ ਬਣਾਇਆ ਹਰ ਇਨਸਾਨ ਪਿਆਰਾ ਹੈ, ਔਰ ਤੇਰੀ ਰਹਿਮਤ ਹਰ ਜਗ੍ਹਾ ਹੈ ਜੋ ਸਭ ਦੇ ਅੰਦਰ ਰੰਗ ਭਰ ਰਹੀ ਹੈ, ਤਾਂ ਉਹ ਮਾਲਿਕ ਇੰਨਾ ਖੁਸ਼ ਹੁੰਦਾ ਹੈ ਕਿ ਫਿਰ ਤੁਹਾਨੂੰ ਜੀਵਨ 'ਚ ਟੈਨਸ਼ਨ, ਚਿੰਤਾ, ਕਮੀ, ਪਰੇਸ਼ਾਨੀ ਕੋਈ ਉਹ ਆਣ ਨਹੀਂ ਦਿੰਦਾ। ਕਿਉਂਕਿ ਜਿਹੜਾ ਉਹਨੂੰ ਖੁਸ਼ ਕਰ ਲੈਂਦਾ, ਫਿਰ ਉਹਦੀ ਖੁਸ਼ੀ ਦੀ ਫਿਕਰ ਉਹ ਮਾਲਿਕ ਆਪ ਕਰਦਾ ਹੈ, ਉਹ ਪਰਮਾਤਮਾ ਆਪ ਕਰਦਾ ਹੈ। ਸਮਝਦੇ ਹੋ? ਇਸ ਲਈ ਜਿੰਨਾ ਜ਼ਿਆਦਾ ਅਸੀਂ ਨੁਕਸ ਕੱਢਦੇ ਹਾਂ, ਜਿੰਨਾ ਜ਼ਿਆਦਾ ਅਸੀਂ ਨਿੰਦਿਆ ਕਰਦੇ ਹਾਂ, ਨਿੰਦਿਆ ਦਾ ਮਤਲਬ ਹੁੰਦਾ ਬੁਰਾਈ ਕਰਨਾ, ਉਨਾ ਜ਼ਿਆਦਾ ਅਸੀਂ ਉਹਦੀ ਰਹਿਮਤ ਤੋਂ ਵੀ ਦੂਰ ਹੋ ਜਾਂਦੇ ਔਰ ਆਪ ਵੀ ਦੁਖੀ ਹੁੰਦੇ ਹਾਂ। ਕਿਉਂਕਿ ਨਿੰਦਿਆ ਕਰਨ ਵਾਲਾ ਕਦੀ ਆਪ ਸੁਖੀ ਹੋ ਹੀ ਨਹੀਂ ਸਕਦਾ। ਸ਼ੁਕਰ ਕਰਨ ਵਾਲਾ, ਤਾਰੀਫ ਕਰਨ ਵਾਲਾ ਹਮੇਸ਼ਾ ਖੁਸ਼ ਹੁੰਦਾ ਹੈ। ਬੋਲੋ, ਸਮਝਦੇ ਹੋ? ਇਸ ਲਈ ਅੱਜ ਇਹ ਚੀਜ਼ ਪਹਿਲਾ ਪੁਆਇੰਟ। ਔਰ ਹੁਣ ਆਓ ਅੱਗੇ ਹੁਣ ਚਲੀਏ, ਕਿਉਂਕਿ ਅੱਜ ਬਹੁਤ ਕੁਝ ਸਮਝਣਾ ਹੈ, ਪਰ ਉਹ ਸਮਝਣ ਵਾਸਤੇ, ਸਮਝਣਾ ਚਾਹੁੰਦੇ ਹੋ ਨਾ, ਫਿਰ ਥੋੜੀ ਜਿਹੀ ਸਮਾਈਲ ਰੱਖਣੀ ਆਪਣੇ ਫੇਸ ਤੇ, ਕਿਉਂਕਿ ਸਮਝਾਉਣ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਲੱਗੇ ਕਿ ਸਮਝਣ ਵਾਲਾ ਖੁਸ਼ੀ ਦੇ ਨਾਲ ਸਮਝ ਰਿਹਾ ਹੈ, ਮਜਬੂਰੀ ਨਾਲ ਨਹੀਂ, ਜ਼ਬਰਦਸਤੀ ਨਹੀਂ, ਔਰ ਖੁਸ਼ੀ ਨਾਲ। ਜਿੱਦਾਂ ਸਮਝ ਲੈ ਕਿ ਟੀਚਰ ਕਲਾਸ ਵਿੱਚ ਪੜ੍ਹਾਉਂਦਾ ਹੈ ਨਾ, ਤਾਂ ਜੇ ਬੱਚੇ ਹੱਸਦੇ ਹੋਏ, ਮੁਸਕਰਾਉਂਦੇ ਹੋਏ ਪੜ੍ਹਨ, ਤਾਂ ਮਾਸਟਰ ਨੂੰ ਵੀ, ਟੀਚਰ ਨੂੰ ਵੀ ਖੁਸ਼ੀ ਹੁੰਦੀ ਕਿ ਮੇਰੇ ਬੱਚੇ ਖੁਸ਼ੀ ਨਾਲ ਬੈਠੇ ਹੈ। ਤਾਂ ਜੇ ਟੀਚਰ ਸਮਝਾਉਂਦਾ ਹੋਵੇ ਤਾਂ ਬੰਦਾ, ਤਾਂ ਟੀਚਰ ਨੇ ਕਹਿਣਾ ਕੀ ਸਮਝਾਉਣ ਦਾ ਮਜ਼ਾ, ਤਾਂ ਝੋਕਾ ਲੈ ਰਿਹਾ, ਇਹ ਤਾਂ ਨੀਂਦ ਪੂਰੀ ਕਰ ਰਿਹਾ। ਸੋ ਸਤਸੰਗ ਦੇ ਵਿੱਚ ਅਸੀਂ ਨੀਂਦ ਪੂਰੀ ਕਰਨ ਨਹੀਂ ਆਉਂਦੇ, ਸਤਸੰਗ ਦੇ ਵਿੱਚ ਅਸੀਂ ਆਪਣੇ ਮਾਲਿਕ ਦੀਆਂ ਰਹਿਮਤਾਂ ਨੂੰ ਹਾਸਿਲ ਕਰਨ ਆਉਂਦੇ ਹਾਂ। ਸਤਸੰਗ ਦੇ ਵਿੱਚ ਅਸੀਂ ਉਹਦੀਆਂ ਖੁਸ਼ੀਆਂ ਨੂੰ ਪਾਉਣ ਆਉਂਦੇ ਹਾਂ।
ਇਸ ਲਈ ਅੱਜ ਸਮਝਣਾ ਹੈ, ਜਿੱਦਾਂ ਸੰਤ ਕਬੀਰ ਜੀ ਨੇ ਬੜਾ ਪਿਆਰਾ ਇੱਕ ਸ਼ਬਦ ਅੰਦਰ ਕਿਹਾ ਹੈ। ਕੀ ਕਹਿੰਦੇ ਆ ਸੰਤ ਕਬੀਰ ਜੀ? ਕਬੀਰ ਸਾਹਿਬ ਕਹਿੰਦੇ, ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਸਭ ਤੋਂ ਪਹਿਲੀ ਇਹ ਗੱਲ ਯਾਦ ਰੱਖਣਾ ਕਿ ਅੱਜ ਤੱਕ ਇਨਸਾਨ ਸਿਰਫ ਉਸੇ ਧਨ ਨੂੰ ਜਾਣਦਾ ਹੈ ਜੋ ਬੈਂਕਾਂ ਚੋਂ ਮਿਲਦਾ ਹੈ। ਸਮਝਦੇ ਹੋ ਕਿ ਨਹੀਂ? ਜੋ ਇਨਸਾਨ ਸਿੱਕੇ ਦੇ ਰੂਪ ਵਿੱਚ ਜਾਂ ਰੁਪਏ ਦੇ ਰੂਪ ਵਿੱਚ ਜੇਬ 'ਚ ਰੱਖਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਇਸ ਤੋਂ ਵੀ ਬੜਾ ਧਨ ਤੇਰੇ ਅੰਦਰ ਹੈ। ਸਮਝਦੇ ਹੋ ਕਿ ਨਹੀਂ? ਹੁਣ ਜਿਹਨੂੰ ਅਸੀਂ ਜੇਬਾਂ 'ਚ ਰੱਖਦੇ, ਉਹ ਧਨ, ਉਹਨੂੰ ਧਨ ਕਹਿ ਦਿੱਤਾ ਜਾਂਦਾ, ਪਰ ਉਹ ਪੈਸਾ ਹੈ। ਪੈਸਾ ਜੋ ਕਾਗਜ਼ ਜਾਂ ਕਿਸੇ ਮੈਟਲ ਤੋਂ ਬਣਦਾ ਹੈ। ਪਰ ਧਨ ਦਾ ਮਤਲਬ ਕੀ ਹੁੰਦਾ ਹੈ? ਜ਼ਰਾ ਸਮਝਣਾ ਕਿ ਧਨ ਦੇ ਵਿੱਚ ਤਾਂ ਸ਼ਾਂਤੀ ਵੀ ਆ ਜਾਂਦੀ ਹੈ। ਸ਼ਾਂਤੀ ਦਾ ਧਨ, ਖੁਸ਼ੀਆਂ ਦਾ ਧਨ, ਆਨੰਦ ਦਾ ਧਨ, ਪ੍ਰੇਮ ਦਾ ਧਨ। ਤਾਂ ਹੀ ਤਾਂ ਮੀਰਾ ਬਾਈ ਨੇ ਵੀ ਕਿਹਾ, ਪ੍ਰੇਮ ਰਤਨ ਧਨ ਪਾਇਓ ਨੀ ਮੈਂ, ਪ੍ਰੇਮ ਰਤਨ ਧਨ ਪਾਇਓ। ਕਹਿੰਦੇ ਪ੍ਰੇਮ ਵੀ ਇੱਕ ਧਨ ਹੈ। ਜੇ ਤੁਹਾਡੇ ਜੀਵਨ 'ਚ ਆਨੰਦ ਹੈ ਤਾਂ ਆਨੰਦ ਦਾ ਵੀ ਇੱਕ ਧਨ ਹੈ। ਜੇ ਤੁਹਾਡੇ ਜੀਵਨ 'ਚ ਤੰਦਰੁਸਤੀ ਹੈ ਨਾ, ਤਾਂ ਹੈਲਥ, ਤੁਹਾਡੀ ਸਿਹਤ ਵੀ ਇੱਕ ਧਨ ਹੈ। ਹੁਣ ਇੱਥੇ ਹੀ ਕਬੀਰ ਸਾਹਿਬ ਇਸ਼ਾਰਾ ਕਰਦੇ ਹੈ। ਉਹ ਕਿਹੜੇ ਧਨ ਦੀ ਗੱਲ ਕਰਦੇ ਐ? ਕਬੀਰ ਸਾਹਿਬ ਕਹਿੰਦੇ ਬਾਹਰ ਬਹੁਤ ਧਨ ਹੈ, ਸ਼ਾਂਤੀ, ਸਕੂਨ, ਖੁਸ਼ੀ। ਜ਼ਰਾ ਗੌਰ ਕਰਨਾ, ਇਦਾਂ ਦੇ ਬਹੁਤ ਧਨ ਹੈ, ਪਰ ਇਹ ਸਭ ਦਾ ਦਾਤਾ, ਇਸ ਤੋਂ ਵੀ ਬੜਾ ਧਨ ਉਹ ਕਿੱਥੇ ਹੈ? ਤੇਰੇ ਅੰਦਰ ਹੈ, ਜਿਹਨੇ ਹਰ ਚੀਜ਼ ਨੂੰ ਪੈਦਾ ਕੀਤਾ ਹੈ। ਸਮਝਣਾ ਜ਼ਰਾ। ਇਸ ਲਈ ਕਬੀਰ ਸਾਹਿਬ ਦੱਸਦੇ ਆ ਕਿ ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਕਿ ਤੇਰੇ ਘਟ ਦੇ ਅੰਦਰ ਨਾ ਇੱਕ ਐਸਾ ਧਨ ਛੁਪਿਆ ਬੈਠਾ ਹੈ ਜਿਹਨੂੰ ਪਰਮਾਨੰਦ ਕਿਹਾ ਜਾਂਦਾ ਹੈ। ਕਿਉਂਕਿ ਜਿੱਥੇ ਪਰਮਾਨੰਦ ਰੂਪੀ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਉਹ ਆਨੰਦ ਵਿੱਚੋਂ ਹੀ ਸ਼ਾਂਤੀ, ਸਕੂਨ, ਖੁਸ਼ੀ, ਤੰਦਰੁਸਤੀ, ਹਰ ਚੀਜ਼ ਉਹਦੇ ਚੋਂ ਹੀ ਇਨਸਾਨ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਮਝਣਾ ਕਿ ਉਹ ਧਨ ਇਨਸਾਨ ਦੇ ਅੰਦਰ ਹੈ, ਪਰ ਅੱਜ ਤੱਕ ਇਨਸਾਨ ਨੂੰ ਉਹਦੀ ਖਬਰ ਨਹੀਂ ਹੋਈ। ਔਰ ਉਹਦੀ ਖਬਰ ਕਦੋਂ ਹੋਏਗੀ? ਜ਼ਰਾ ਸਮਝਣਾ। ਕਬੀਰ ਸਾਹਿਬ ਇਹੀ ਤਾਂ ਗੱਲ ਸਮਝਾ ਰਹੇ ਹੈ ਕਿ ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਕਹੇ ਕਬੀਰ ਗੁਰੂ ਗਿਆਨ ਵਿਨ ਕੋਈ ਜਾਣੇ ਨਹੀਂ। ਕਹਿੰਦੇ ਧਨ ਤਾਂ ਤੇਰੇ ਅੰਦਰ ਹੀ ਹੈ, ਉਹ ਪਰਮਾਨੰਦ ਤਾਂ ਤੇਰੇ ਅੰਦਰ ਹੀ ਹੈ, ਪਰਮ ਧਨ ਤਾਂ ਤੇਰੇ ਅੰਦਰ ਹੀ ਹੈ, ਪਰ ਉਹਨੂੰ ਤੈਨੂੰ ਪਾਣ ਦੀ ਕਲਾ ਨਹੀਂ ਆਉਂਦੀ। ਔਰ ਉਹਨੂੰ ਪਾਣ ਦੀ ਕਲਾ ਉਦੋਂ ਹੀ ਬੰਦਾ ਸਿੱਖੇਗਾ ਜਦੋਂ ਬਾਹਰਲੀਆਂ ਦੌੜਾਂ ਛੱਡ ਕੇ ਥੋੜੀ ਦੇਰ ਸਮਾਂ ਕੱਢ ਕੇ ਗੁਰੂ ਦੇ ਕੋਲ ਬੈਠੇਗਾ, ਯੁਕਤੀ ਲਏਗਾ ਕਿ ਮਾਰੇ ਯੁਕਤੀ ਦਿਓ, ਇਹ ਬਾਹਰਲਾ ਧਨ ਤਾਂ ਬਹੁਤ ਇਕੱਠਾ ਕਰ ਲਿਆ, ਹੁਣ ਅੰਦਰ ਪਰਮ ਆਨੰਦ ਦਾ, ਪਰਮ ਸ਼ਾਂਤੀ ਦਾ, ਪਰਮ ਸਕੂਨ ਦਾ ਧਨ ਵੀ ਥੋੜਾ ਜੋੜ ਲਈਏ। ਇਹ ਸਮਝਣਾ, ਕਿਉਂਕਿ ਫਿਰ ਕਵਾਂਗੇ ਕਿ ਧਨ ਸਿਰਫ ਉਹੀ ਨਹੀਂ ਹੁੰਦਾ ਜੋ ਜੇਬਾਂ 'ਚ ਪਰਸ 'ਚ ਰੱਖਿਆ ਜਾਂਦਾ ਹੈ। ਸਭ ਤੋਂ ਬੜਾ ਧਨ ਤਾਂ ਇਨਸਾਨ ਦਾ ਹੀ ਇਹ ਹੈਲਥ ਕਹਿ ਲੋ, ਆਨੰਦ ਕਹਿ ਲੋ, ਸ਼ਾਂਤੀ ਕਹਿ ਲੋ, ਸਕੂਨ ਕਹਿ ਲੋ। ਕਿਉਂਕਿ ਬਾਹਰ ਇਨਸਾਨ ਦੇ ਕੋਲ ਕਰੋੜਾਂ ਰੁਪਇਆ ਹੋਵੇ, ਪਰ ਜੇ ਜੀਵਨ 'ਚ ਆਨੰਦ ਸ਼ਾਂਤੀ ਨਾ ਹੋਵੇ ਤਾਂ ਫਿਰ ਇਨਸਾਨ ਨੇ ਉਹ ਕਰੋੜਾਂ ਰੁਪਇਆ ਨੂੰ ਕੀ ਕਰਨਾ? ਬੰਦਾ ਕਹਿੰਦਾ ਹੈ, ਜ਼ਰਾ ਧਿਆਨ ਦੇਣ ਵਾਲੀ ਗੱਲ ਹੈ, ਬੰਦਾ ਕੀ ਕਹਿੰਦਾ, ਕੀ ਕਰਨਾ ਹੈ ਪੈਸੇ ਨੂੰ ਜੇ ਜੀਵਨ 'ਚ ਸ਼ਾਂਤੀ ਨਹੀਂ ਹੈ, ਤੰਦਰੁਸਤੀ ਨਹੀਂ ਹੈ। ਇਸ ਲਈ ਅੱਜ ਅਸੀਂ ਕੁਝ ਸਮਝਣਾ ਹੈ ਕਿ ਕਿੱਦਾਂ ਅਸੀਂ ਉਹ ਸੱਚੇ ਧਨ ਨੂੰ ਪ੍ਰਾਪਤ ਕਰ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਸੱਚੇ ਧਨ ਤੱਕ ਪਹੁੰਚ ਸਕਦੇ ਹਾਂ। ਕਿਉਂਕਿ ਕੁਝ ਯੁਕਤੀਆਂ ਹੁੰਦੀਆਂ ਹੈ, ਕੁਝ ਤਰੀਕੇ ਹੁੰਦੇ ਹੈ, ਕੁਝ ਨਿਯਮ ਹੁੰਦੇ ਆ ਜੀਵਨ ਦੇ, ਕਿ ਅਗਰ ਅਸੀਂ ਉਹਨਾਂ ਨਿਯਮਾਂ ਨੂੰ, ਉਹਨਾਂ ਯੁਕਤੀਆਂ ਨੂੰ ਸਮਝ ਲਈਏ ਤਾਂ ਬੜੀ ਸਹਿਜਤਾ ਦੇ ਨਾਲ ਅਸੀਂ ਆਪਣੇ ਅੰਦਰਲੇ ਪਰਮ ਧਨ ਤੱਕ ਪਹੁੰਚ ਸਕਦੇ ਹਾਂ, ਜਿਹਦਾ ਇਸ਼ਾਰਾ ਕਬੀਰ ਸਾਹਿਬ ਕਰ ਰਹੇ ਹੈ ਕਿ ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਹੁਣ ਉਹ ਨਿਯਮ, ਉਹ ਕੁਝ ਯੁਕਤੀਆਂ, ਜਾਂ ਕਹਿ ਲਓ ਉਹ ਕੁਝ ਸਟੈਪ ਜਾਂ ਕੁਝ ਪੁਆਇੰਟ ਅਗਰ ਅਸੀਂ ਸਮਝ ਲਵਾਂਗੇ ਤਾਂ ਫਿਰ ਅਸੀਂ ਉਹ ਧਨ ਤੱਕ ਬੜੀ ਆਸਾਨੀ ਨਾਲ ਪਹੁੰਚ ਸਕਦੇ ਹਾਂ, ਜਿਹੜਾ ਸਾਡੇ ਅੰਦਰ ਹੀ ਹੈ, ਜਿਹਨੂੰ ਪ੍ਰਮਾਤਮਾ ਕਹਿ ਲਓ, ਪ੍ਰਭੂ ਕਹਿ ਲਓ, ਪਰਮਾਨੰਦ ਕਹਿ ਲਓ, ਭਗਵਾਨ ਕਹਿ ਲਓ, ਈਸ਼ਵਰ ਕਹਿ ਲਓ, ਅੱਲਾ ਕਹਿ ਲਓ, ਨਾਮ ਜੋ ਮਰਜ਼ੀ ਦੇ ਦਿਓ। ਕਿਉਂਕਿ ਨਾਮ ਉਹਦੇ ਅਨੇਕਾਂ ਹੀ ਹੈ, ਪਰ ਅਸਰ ਤਾਂ ਇੱਕੋ ਹੀ ਹੈ, ਜੋ ਸਭ ਤੇ ਕਰ ਰਿਹਾ ਹੈ, ਜੋ ਸਭ ਨੂੰ ਚਲਾ ਰਿਹਾ ਹੈ, ਜੀਵਨ ਦੇ ਰਿਹਾ ਹੈ। ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਕਹੇ ਕਬੀਰ ਗੁਰੂ ਗਿਆਨ ਵਿਨ ਕਉ ਜਾਣਤ ਨਹੀਂ। ਹੁਣ ਇੱਥੇ ਇਸ਼ਾਰਾ ਹੈ ਕਿ ਜੇ ਉਸ ਧਨ ਨੂੰ ਜਾਣਨਾ ਹੈ ਜਾਂ ਉਸ ਧਨ ਤੱਕ ਪਹੁੰਚਣਾ ਹੈ ਤਾਂ ਸਭ ਤੋਂ ਪਹਿਲਾਂ ਤੇਰੇ ਜੀਵਨ 'ਚ ਗੁਰੂ ਦਾ ਗਿਆਨ ਹੋਣਾ ਜ਼ਰੂਰੀ ਹੈ। ਸਮਝਦੇ ਹੋ ਕਿ ਨਹੀਂ? ਜਿਸ ਤਰ੍ਹਾਂ ਮਹਾਤਮਾ ਬੁੱਧ ਦੀ ਇੱਕ ਲਾਈਨ ਬੜੀ ਪਿਆਰੀ ਹੈ। ਮਹਾਤਮਾ ਬੁੱਧ ਦੱਸਦੇ ਹੈ ਕਿ जैसे बिना आग के दिया नहीं जलता, जैसे बिना आग के दिया नहीं जलता, ऐसे ही बिना गुरु के जीवन में आनंद, शांति और खुशी का दीपक नहीं जलता। ਉਹ ਕਹਿੰਦੇ ਜਿਸ ਤਰ੍ਹਾਂ ਬਾਹਰਲੇ ਦੀਵੇ ਨੂੰ ਜਗਾਉਣ ਵਾਸਤੇ ਨਾ ਅੱਗ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਦੀਵਾ ਲੈ ਲਓ, ਕੀਮਤੀ ਤੋਂ ਕੀਮਤੀ ਦੀਵਾ,
ਕਿ ਬੰਦਾ ਕਹਿੰਦਾ ਮੈਂ ਸੋਨੇ ਦਾ ਦੀਵਾ ਬਣਾ ਲਿਆ। ਮਿਸਾਲ ਦੇ ਰਹੇ ਇੱਕ ਕਿ ਬੰਦਾ ਕਹਿੰਦਾ ਮੈਂ ਸਭ ਤੋਂ ਕੀਮਤੀ ਦੀਵਾ, ਚਲੋ ਸੋਨੇ ਦਾ ਦੀਪਕ ਬਣਾ ਲਿਆ, ਔਰ ਉਹਦੇ ਵਿੱਚ ਤੇਲ ਵੀ ਪਾ ਦਿੱਤਾ ਜਾਂ ਘਿਓ ਵੀ ਪਾ ਦਿੱਤਾ ਦੇਸੀ। ਹੁਣ ਉਹਦੇ 'ਚ ਬੱਤੀ ਵੀ ਪਾ ਦਿੱਤੀ, ਕਾਟਨ ਲੈ ਕੇ ਰੂੰ ਲੈ ਕੇ ਬੱਤੀ ਵੀ ਪਾ ਦਿੱਤੀ। ਹੁਣ ਇੰਨਾ ਕੀਮਤੀ ਦੀਪਕ ਵਿੱਚ ਘਿਓ ਵੀ ਹੈ ਜਾਂ ਤੇਲ ਵੀ ਹੈ ਔਰ ਵਿੱਚ ਰੂਈ ਵੀ ਹੈ, ਸਭ ਕੁਝ ਹੈ, ਪਰ ਦੀਪਕ ਦਾ ਕੰਮ ਕੀ ਹੈ? ਜਦ ਤੱਕ ਉਹ ਜਲੇ ਨਾ ਉਹ ਵਿਅਰਥ ਹੈ, ਕਿਉਂਕਿ ਦੀਪਕ ਦਾ ਮਤਲਬ ਹੀ ਹੈ ਜਿਹਦੇ ਅੰਦਰ ਪ੍ਰਕਾਸ਼ ਹੋਵੇ। ਹੁਣ ਘਰ ਦਾ ਅੰਧਕਾਰ ਇਸ ਚੀਜ਼ ਨੇ ਦੂਰ ਨਹੀਂ ਕਰਨਾ ਕਿ ਦੀਪਕ ਸੋਨੇ ਦਾ ਜਾਂ ਮਿੱਟੀ ਦਾ ਹੈ, ਦੀਪਕ ਚਾਂਦੀ ਦਾ ਹੈ ਜਾਂ ਕਿਹੜੀ ਧਾਤੂ ਦਾ ਹੈ। ਹੁਣ ਚਾਹੇ ਸੋਨੇ ਦਾ ਦੀਵਾ ਵੀ ਤੁਸੀਂ ਅੰਧੇਰੇ ਘਰ 'ਚ ਰੱਖ ਦਿਓ ਤਾਂ ਕੀ ਹੋਏਗਾ? ਜੇ ਪ੍ਰਕਾਸ਼ ਹੀ ਨਾ ਹੋਏਗਾ ਤਾਂ ਸੋਨੇ ਦੇ ਦੀਵੇ ਨੇ ਕੋਈ ਅੰਦਰ ਅੰਧੇਰਾ ਥੋੜੀ ਦੂਰ ਕਰ ਦੇਣਾ ਹੈ। ਹੁਣ ਉੱਥੇ ਦੱਸਿਆ ਕਿ ਜਿਸ ਤਰ੍ਹਾਂ ਦੀਪਕ ਦੀ ਕੀਮਤ, ਦੀਪਕ ਦੀ ਅਹਿਮੀਅਤ ਉਹਦੀ ਜੋਤ ਨਾਲ ਹੈ, ਉਹਦੇ ਪ੍ਰਕਾਸ਼ ਨਾਲ ਹੈ। ਫਿਰ ਚਾਹੇ ਦੀਵਾ ਮਿੱਟੀ ਦਾ ਵੀ ਹੋਵੇ, ਪਰ ਅਗਰ ਉਹਦੇ ਅੰਦਰ ਵੀ ਜੋਤ ਹੈ ਤਾਂ ਮਿੱਟੀ ਦਾ ਦੀਵਾ ਵੀ ਘਰ ਦੇ ਅੰਧੇਰੇ ਨੂੰ ਦੂਰ ਕਰ ਸਕਦਾ ਹੈ। ਤਾਂ ਜੇ ਜੋਤ ਹੀ ਨਾ ਹੋਵੇ ਤਾਂ ਦੀਵਾ ਚਾਹੇ ਸੋਨੇ ਦਾ ਵੀ ਹੋਵੇ ਉਹ ਵੀ ਅੰਧਕਾਰ ਨੂੰ ਦੂਰ ਨਹੀਂ ਕਰ ਸਕਦਾ। ਇੱਥੇ ਪਤਾ ਕੀ ਲੱਗਦਾ ਕਿ ਅਹਿਮੀਅਤ ਕਿਹਦੀ ਹੈ ਜ਼ਿਆਦਾ? ਅਹਿਮੀਅਤ ਮਿੱਟੀ ਜਾਂ ਸੋਨੇ ਦੀ ਨਹੀਂ ਹੈ, ਅਹਿਮੀਅਤ ਹੈ ਉਹ ਪ੍ਰਕਾਸ਼ ਦੀ, ਕਿ ਉਹ ਪ੍ਰਕਾਸ਼ ਹੈ ਜਾਂ ਨਹੀਂ। ਔਰ ਇਹੀ ਚੀਜ਼ ਮਹਾਤਮਾ ਬੁੱਧ ਇਸ਼ਾਰਾ ਕਰਦੇ ਹੈ ਕਿ ਜਿਸ ਤਰ੍ਹਾਂ ਦੀਪਕ ਨੂੰ ਜਗਾਉਣ ਵਾਸਤੇ, ਉਹਦੇ ਪ੍ਰਕਾਸ਼ ਵਾਸਤੇ ਅਗਨੀ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਅਗਨੀ ਨਹੀਂ ਹੋਏਗੀ ਤਾਂ ਫਿਰ ਜਗੇਗਾ ਕਿੱਦਾਂ? ਜਿਹਦਾ ਕਿ ਸ਼ਬਦ ਅੰਦਰ ਵੀ ਆਂਦਾ ਹੈ ਨਾ ਕਿ ਦਿया ਬੱਤੀ तेल अग है क्यों नहीं जगावे, ਉਹ ਖਸਮ ਸੋਇਆ ਹੈ ਪਾਸ ਖਸਮ ਕੋ ਖੋਜਣ ਜਾਵੇ। ਕਬੀਰ ਸਾਹਿਬ ਦੀ ਬਾਣੀ ਹੈ ਕਿ ਤੇਰੇ ਕੋਲ ਜਿਹਨੂੰ ਗੁਰੂ ਮਿਲ ਜਾਂਦਾ ਹੈ ਫਿਰ ਸਮਝ ਲੈ ਕਿ ਦਿया ਤਾਂ ਹੈ, ਦਿया ਯਾਨੀ ਹੈ ਸਰੀਰ, ਕਿਉਂਕਿ ਮਿੱਟੀ ਤੋਂ ਕਹਿੰਦੇ ਨਾ ਬਣਦਾ ਹੈ, 5 ਤੱਤਾਂ ਤੋਂ ਬਣਦਾ ਹੈ। ਇਸੇ ਤਰ੍ਹਾਂ ਇੱਕ ਦੀਪਕ ਨੂੰ ਵੀ ਦੇਖੋਗੇ, ਬੰਦਾ ਕਹਿੰਦਾ ਦੀਵਾ ਕਿੱਥੋਂ ਬਣਿਆ? ਮਿੱਟੀ ਤੋਂ। ਕੀ ਕੱਲੀ ਮਿੱਟੀ ਤੋਂ ਬਣਿਆ? ਉਹ ਜਰਾ ਸੋਚ ਕੇ ਦੇਖੋ, ਮਿੱਟੀ ਤੋਂ ਨਹੀਂ ਬਣਿਆ। ਉਹ ਦੀਵੇ ਦੀ ਮਿੱਟੀ ਕਾਹਤੋਂ ਤਿਆਰ ਹੁੰਦੀ? ਉਹ 'ਚ ਪਾਣੀ ਵੀ ਪੈਂਦਾ ਹੈ, ਪੈਂਦਾ ਕਿ ਨਹੀਂ? ਫਿਰ ਪਾਣੀ ਵੀ ਪੈਂਦਾ ਹੈ ਔਰ ਉਹ ਮਿੱਟੀ ਨੂੰ ਅਗਨੀ ਵਿੱਚ ਵੀ ਪਕਾਇਆ ਜਾਂਦਾ ਹੈ, ਪਕਾਇਆ ਜਾਂਦਾ ਕਿ ਨਹੀਂ? ਉੱਥੇ ਹਵਾ ਦਾ ਵੀ ਰੋਲ ਹੈ, ਕਿਉਂਕਿ ਬਿਨਾਂ ਹਵਾ ਤੋਂ ਅੱਗ ਵੀ ਨਹੀਂ ਬਲਦੀ। ਯਾਨੀ ਅਗਰ ਦੇਖਿਆ ਜਾਵੇ ਤਾਂ ਸਧਾਰਨ ਦੀਪਕ ਅੰਦਰ ਵੀ 5 ਤੱਤ ਆਪਣਾ ਕੰਮ ਕਰਦੇ ਹੈ, ਕਿਉਂਕਿ ਜਦੋਂ ਦੀਵਾ ਤਿਆਰ ਹੋ ਜਾਂਦਾ ਹੈ ਤਾਂ ਉਹ ਜਿਹੜਾ ਖਾਲੀਪਨ ਹੈ ਜਿੱਥੇ ਤੇਲ ਪਾਇਆ ਜਾਂਦਾ ਉਹ ਆਕਾਸ਼ ਦਾ ਕੰਮ ਕਰਦਾ ਹੈ। ਸਮਝਦੇ ਹੋ? ਇਸ ਲਈ ਸਮਝਣਾ ਕਿ ਜਿੱਦਾਂ 5 ਤੱਤਾਂ ਤੋਂ ਇੱਕ ਮਿੱਟੀ ਦਾ ਦੀਪਕ ਤਿਆਰ ਹੁੰਦਾ ਹੈ, ਇਸੇ ਤਰ੍ਹਾਂ 5 ਤੱਤਾਂ ਤੋਂ ਸਾਡਾ ਇਹ ਵਜੂਦ ਬਣਦਾ ਹੈ, ਜਿਸਮ ਬਣਦਾ ਹੈ। ਔਰ ਜਿੱਦਾਂ ਉਹ ਦੀਵੇ ਦੇ ਅੰਦਰ ਤੇਲ ਹੈ, ਬੱਤੀ ਹੈ, ਇਸੇ ਤਰ੍ਹਾਂ ਸਮਝ ਲਓ ਕਿ ਇਨਸਾਨ ਦੇ ਜੀਵਨ 'ਚ ਵੀ ਇਹ ਸਵਾਸਾ ਰੂਪੀ ਤੇਲ ਹੈ ਜਾਂ ਉਹ ਰੂਹ ਰੂਪੀ ਬੱਤੀ ਇਹਦੇ ਅੰਦਰ ਹੈ। ਹੁਣ ਜ਼ਰੂਰਤ ਹੈ ਗੁਰੂ ਰੂਪੀ ਗਿਆਨ ਦੇ ਪ੍ਰਕਾਸ਼ ਦੀ, ਉਹ ਜੋਤ ਦੀ, ਕਿ ਜਿਹੜਾ ਇਹਨੂੰ ਜਗਾਵੇ ਔਰ ਅੰਦਰਲੇ ਅੰਧਕਾਰ ਨੂੰ ਸਦਾ ਵਾਸਤੇ ਦੂਰ ਕਰ ਦੇਵੇ। ਹੁਣ ਸਰੀਰ ਨੂੰ ਅਸੀਂ ਜਿੰਨਾ ਮਰਜ਼ੀ ਸਜਾਈ ਜਾਈਏ, ਬੰਦਾ ਕਹੇ ਮੈਂ ਤਾਂ ਕੋਟ ਪੈਂਟ ਪਾਣਾ ਜਿਹੜਾ ਇੰਨੇ ਲੱਖ ਦਾ ਹੋਵੇ, ਜਾਂ ਇਦਾਂ ਦਾ ਸੂਟ ਪਾਣਾ, ਇਦਾਂ ਦੀ ਸਾੜੀ ਪਾਣੀ ਜਿਹੜੀ ਲੱਖਾਂ ਦੀ ਹੋਵੇ, ਇਹ ਤਾਂ ਉਹੀ ਗੱਲ ਹੈ ਕਿ ਦੀਪਕ ਨੂੰ ਸੋਨੇ ਦਾ ਬਣਾ ਲਈਏ। ਸਮਝਦੇ ਹੋ ਕਿ ਨਹੀਂ? ਪਰ ਫਿਰ ਵੀ ਜੇ ਪ੍ਰਕਾਸ਼ ਹੀ ਨਹੀਂ ਹੈ ਤਾਂ ਉਹਦੀ ਅਹਿਮੀਅਤ ਕੀ ਹੈ? ਦੇਖਣ ਨੂੰ ਤਾਂ ਲੱਗੇਗਾ ਸੋਨੇ ਦਾ ਦੀਵਾ ਹੈ ਮੇਰੇ ਕੋਲ, ਪਰ ਜੇ ਜਗੇ ਹੀ ਨਾ, ਪ੍ਰਕਾਸ਼ ਹੀ ਨਾ ਹੋਵੇ ਤਾਂ ਉਹ ਉਸ ਮਕਸਦ ਵਿੱਚ ਸਫਲ ਹੀ ਨਹੀਂ ਹੋ ਪਾਉਂਦਾ ਜਿਸ ਵਾਸਤੇ ਉਹ ਬਣਿਆ ਹੈ। ਇਸੇ ਤਰ੍ਹਾਂ ਇਨਸਾਨ ਵੀ ਬਣਿਆ ਹੈ ਤਾਂ ਸਿਰਫ ਇਸ ਲਈ ਨਹੀਂ ਬਣਿਆ ਕਿ ਤਨ ਤੇ ਅਸੀਂ ਲੱਖਾਂ ਦੇ ਗਹਿਣੇ ਪਾ ਲਈਏ, ਲੱਖਾਂ ਦੇ ਕੱਪੜੇ ਪਾ ਲਈਏ, ਜਾਂ ਕੀਮਤੀ ਤੋਂ ਕੀਮਤੀ ਆਹ ਚੀਜ਼ ਕਰ ਲਈਏ, ਉਹ ਚੀਜ਼ ਕਰ ਲਈਏ, ਕਿਉਂਕਿ ਚੀਜ਼ਾਂ ਬਹੁਤ ਆ ਜਾਂਦੀਆਂ, ਇਸ ਲਈ ਸਾਨੂੰ ਆਹ ਜਾਂ ਉਹ ਕਹਿਣਾ ਪਿਆ। ਸਮਝਦੇ ਹੋ? ਇਨਸਾਨ ਭੋਜਨ ਵੀ ਕਰਦਾ ਹੈ, ਠੀਕ ਹੈ, ਜ਼ਰੂਰੀ ਹੈ ਜੀਵਨ ਵਾਸਤੇ, ਪਰ ਇਹ ਜੀਵਨ ਦੀ ਸਫਲਤਾ ਸਿਰਫ ਕੀਮਤੀ ਕੱਪੜੇ 'ਚ ਨਹੀਂ ਹੈ, ਕੀਮਤੀ ਭੋਜਨ 'ਚ ਨਹੀਂ ਹੈ, ਕੀਮਤੀ ਪਦਾਰਥਾਂ 'ਚ ਨਹੀਂ ਹੈ। ਜੀਵਨ ਦੀ ਸਫਲਤਾ ਹੈ ਕਿ ਜਿਸ ਵਾਸਤੇ ਸਾਨੂੰ ਇਹ ਜੀਵਨ ਰੂਪੀ ਦੀਪਕ ਮਿਲਿਆ, ਇਹਦੇ ਅੰਦਰੋਂ ਪ੍ਰਕਾਸ਼ ਜਗਦਾ ਜਾਂ ਨਹੀਂ। ਇਸ ਲਈ ਸਮਝਣਾ। ਸੋ ਇਹੀ ਚੀਜ਼ ਇੱਥੇ ਮਹਾਤਮਾ ਬੁੱਧ ਇਸ਼ਾਰਾ ਕਰ ਰਹੇ ਕਿ ਜਿਸ ਤਰ੍ਹਾਂ ਇੱਕ ਬੁਝੇ ਹੋਏ ਦੀਪਕ ਨੂੰ ਜਗਾਉਣ ਵਾਸਤੇ ਅਗਨੀ ਦੀ ਜ਼ਰੂਰਤ ਹੈ, ਬਿਨਾ आग के, जैसे बिना आग के दिया नहीं जलता, दीपक नहीं जलता, ऐसे ही बिना गुरु के जीवन में ज्ञान शांति। जरा गौर करना की महात्मा बुद्ध कहते हैं, ज्ञान दा, शांति दा और आनंद दा, कहते दिया नहीं जलेगा। इत्थे उन्होंने ज्ञान भी किया, शांति भी किया और आनंद भी किया, क्योंकि ज्ञान ਦੇ ਨਾਲ ਹੀ ਇਨਸਾਨ ਦੇ ਜੀਵਨ 'ਚ ਸ਼ਾਂਤੀ ਉਤਰਦੀ ਹੈ। ਜਦੋਂ ਬੰਦੇ ਨੂੰ ਇਹ ਗੱਲ ਸਮਝ ਲੈਣਾ, ਗਿਆਨ ਦਾ ਮਤਲਬ ਕੀ ਹੁੰਦਾ ਹੈ। ਹੁਣ ਫਰਜ਼ ਕਰੋ ਅਸੀਂ ਇਸ ਪੰਡਾਲ 'ਚ ਬੈਠੇ ਹਾਂ, ਇਸ ਪੰਡਾਲ 'ਚ ਬੈਠੇ ਹਾਂ,
ਆਰਾਮ ਨਾਲ ਬੈਠੇ ਆ, ਬੜੀ ਸ਼ਾਂਤੀ ਨਾਲ ਬੈਠੇ ਆ, ਕਿਉਂਕਿ ਸਾਨੂੰ ਪਤਾ ਕਿ ਜਦੋਂ ਸਤਸੰਗ ਸਮਾਪਤ ਹੋਣਾ, ਜਦੋਂ ਦਿਲ ਕਰੇਗਾ ਉੱਠ ਕੇ ਬਾਹਰ ਚਲੇ ਜਾਵਾਂਗੇ। ਪਰ ਜੇ ਹੁਣੇ ਹੀ ਕੋਈ ਕਹਿ ਦੇਵੇ ਕਿ ਭਾਈ ਇੱਥੋਂ ਤੁਸੀਂ ਹਿੱਲ ਨਹੀਂ ਸਕਦੇ, ਇੱਥੇ ਤੁਹਾਨੂੰ ਬੰਦੀ ਬਣਾ ਦਿੱਤਾ ਗਿਆ ਹੈ, ਤੁਸੀਂ ਇੱਥੇ ਬੈਠੇ ਹੀ ਰਹਿਣਾ, ਤਾਂ ਨਾਲ ਹੀ ਪਰੇਸ਼ਾਨੀ ਹੈ। ਹੁਣ ਮੈਨੂੰ ਇੱਥੇ ਹੀ ਬੈਠਣਾ ਪੈਣਾ। ਜੇ ਤਾਂ ਫਰਜ਼ ਕਰੋ ਇੱਕ ਕਮਰੇ 'ਚ ਤੁਸੀਂ ਚਲੇ ਗਏ, ਤੁਸੀਂ ਰੋਜ਼ ਆਪਣੇ ਬੈਡਰੂਮ 'ਚ ਜਾਂਦੇ ਹੋ, ਜਾ ਕੇ ਸੌ ਜਾਂਦੇ ਹੋ ਕਿ ਨਹੀਂ? ਜਾ ਕੇ ਸੌ ਜਾਂਦੇ ਹੋ, ਆਰਾਮ ਨਾਲ ਸੌ ਜਾਂਦੇ ਹੋ। ਭਾਈ ਬੈਡਰੂਮ ਕਿਸ ਵਾਸਤੇ ਹੈ? ਆਰਾਮ ਕਰਨ ਵਾਸਤੇ ਹੈ। ਥਕਾਵਟ ਉਤਰ ਜਾਂਦੀ ਸੌ ਕੇ। ਪਰ ਕੋਈ ਆਵੇ ਔਰ ਤੁਹਾਨੂੰ ਕਵੇ ਲੈ ਹੁਣ ਬੈਡਰੂਮ 'ਚ ਵੜ ਜਾ, ਮੈਂ ਲਾਤਾ ਬਾਹਰੋਂ ਤਾਲਾ, ਆ ਬੈਗ ਮੇਰੇ ਕੋਲ ਗਨ, ਜੇ ਬਾਹਰ ਨਿਕਲੇ ਗੋਲੀ ਮਾਰ ਦੇਣੀ ਤੇਰੇ, ਮੈਂ ਅੰਦਰ ਹੀ ਰਹਿਣਾ ਤੂੰ, ਤਾਂ ਹੁਣ ਰਾਤ ਨੂੰ ਨੀਂਦ ਹੀ ਨਹੀਂ ਆਏਗੀ। ਉਹੀ ਬੈਡਰੂਮ ਹੁਣ ਖਾਣ ਨੂੰ ਪਏਗਾ, ਯਾਰ ਮੈਂ ਬਾਹਰ ਨਹੀਂ ਨਿਕਲ ਸਕਦਾ, ਹਾਏ ਮੇਰਾ ਤਾਂ ਘੁੱਟਣ ਹੋ ਰਹੀ ਹੈ, ਮੈਨੂੰ ਬਾਹਰ ਜਾਣ ਦਿਓ ਮੈਨੂੰ। ਕਾਰਨ ਕੀ ਹੈ ਕਿ ਇਨਸਾਨ ਤੰਗ ਤੋਂ ਤੰਗ ਜਗ੍ਹਾ 'ਚ ਵੀ ਬੈਠ ਸਕਦਾ ਜਦੋਂ ਉਹਨੂੰ ਪਤਾ ਹੋਵੇ ਮੇਰੇ ਕੋਲ ਨਿਕਲਣ ਦਾ ਰਸਤਾ, ਮੈਂ ਜਦੋਂ ਚਾਹਾਂ ਬਾਹਰ ਨਿਕਲ ਸਕਦਾ ਹੈ। ਤਾਂ ਉਹ ਖੁੱਲੀ ਤੋਂ ਖੁੱਲੀ ਜਗ੍ਹਾ ਵੀ ਇਨਸਾਨ ਨੂੰ ਤੰਗ ਲੱਗਣ ਲੱਗ ਜਾਂਦੀ ਜਦੋਂ ਪਤਾ ਕਿ ਇੱਥੋਂ ਨਿਕਲਣ ਦਾ ਕੋਈ ਰਸਤਾ ਹੈ ਹੀ ਨਹੀਂ। ਬੰਦਾ ਪਰੇਸ਼ਾਨ ਹੋ ਜਾਂਦਾ ਹੈ। ਇਹ ਤਾਂ ਕਰਕੇ ਦੇਖ ਲੈਣਾ ਕਦੀ। ਇੱਕ ਬੱਚਾ ਕਮਰੇ 'ਚ ਬੈਠਾ ਹੈ, ਟੀਵੀ ਦੇਖ ਰਿਹਾ ਹੈ, ਭਾਵੇਂ ਸਾਰਾ ਦਿਨ ਬੈਠਾ ਦੇਖੀ ਜਾਵੇ, ਕੋਈ ਪ੍ਰੋਬਲਮ ਨਹੀਂ। ਹੁਣ ਉਸੇ ਹੀ ਕਮਰੇ 'ਚ ਮਾਂ ਜ਼ਬਰਦਸਤੀ ਬਾਹ ਫੜ ਕੇ ਬਾਹਰੋਂ ਕੁੰਡੀ, ਤੂੰ ਅੰਦਰੋਂ ਬਾਹਰ ਨਹੀਂ ਨਿਕਲਣਾ, ਲੈ ਕਰ ਦਿੱਤਾ ਤੈਨੂੰ ਬੰਦ, ਲਾਤਾ ਬਾਹਰੋਂ ਲੋਕ, ਤਾਂ ਉਹੀ ਬੱਚਾ ਅੰਦਰ ਰੋ ਰੋ ਕੇ ਦਰਵਾਜ਼ਾ ਭੰਨਿਆ, ਬਾਹਰ ਕੱਢੋ ਬਾਹਰ ਕੱਢੋ। ਭਾਈ ਹੁਣ ਵੀ ਟੀਵੀ ਦੇਖ ਲੈ ਤੂੰ, ਹੁਣ ਤਾਂ ਤੇਰੇ ਕੋਲ ਮੌਕਾ ਆ, ਟੀਵੀ ਚਲਾ, ਬੈਠਾ ਦੇਖੀ ਜਾ। ਹੁਣ ਤਾਂ ਮਾਂ ਨੇ ਆਪ ਬੰਦ ਕੀਤਾ ਤੈਨੂੰ, ਪਰ ਨਹੀਂ, ਉਸਲੇ ਬੱਚਾ ਦਰਵਾਜ਼ਾ ਪਿੱਟੇਗਾ, ਰੋਏਗਾ, ਬਾਹਰ ਕੱਢੋ, ਕਿਉਂਕਿ ਹੁਣ ਉਹਨੂੰ ਕੀ ਹੈ ਕਿ ਮੈਨੂੰ ਬੰਦ ਕਰ ਦਿੱਤਾ, ਇੱਥੇ ਮੈਂ ਨਿਕਲ ਹੀ ਨਹੀਂ ਸਕਦਾ। ਸੋ ਦੱਸਣਾ ਕੀ ਚਾਹੁੰਦੇ ਆ ਕਿ ਸਭ ਤੋਂ ਪਹਿਲੀ ਗੱਲ, ਜੀਵਨ 'ਚ ਗਿਆਨ ਦੇ ਨਾਲ ਹੀ ਸ਼ਾਂਤੀ ਆਉਂਦੀ ਹੈ। ਇਹਦੇ ਪਿੱਛੇ ਰਾਜ ਕੀ ਹੈ? ਇਹ ਹੈ ਕਿ ਜਦੋਂ ਇਨਸਾਨ ਦੇ ਜੀਵਨ 'ਚ ਮੁਸੀਬਤਾਂ ਹੈ, ਪਰੇਸ਼ਾਨੀਆਂ ਹੈ, ਤਕਲੀਫਾਂ ਹੈ, ਦੁੱਖ ਹੈ, ਬਿਮਾਰੀਆਂ ਹੈ, ਹੁਣ ਜਿਹੜਾ ਇਨਸਾਨ ਇਹ ਸੋਚ ਲੈਂਦਾ ਹੈ ਹਾਏ ਬਿਮਾਰੀ, ਇਹ 'ਚੋਂ ਨਿਕਲਣ ਦਾ ਕੋਈ ਰਸਤਾ ਹੈ ਨਹੀਂ, ਇਹ ਮੁਸੀਬਤ 'ਚੋਂ ਨਿਕਲਣ ਦਾ ਕੋਈ ਰਸਤਾ ਹੈ ਨਹੀਂ, ਤਾਂ ਸਾਡਾ ਮਨ ਤੜਫਣਾ ਸ਼ੁਰੂ ਹੋ ਜਾਂਦਾ ਹੈ। ਪਰ ਜਦੋਂ ਗੁਰੂ ਗਿਆਨ ਦਿੰਦਾ ਹੈ ਨਾ, ਉਹ ਗੁਰੂ ਕਹਿੰਦਾ ਹਰ ਮੁਸੀਬਤ 'ਚੋਂ ਨਿਕਲਣ ਦਾ ਰਸਤਾ ਹੈ, ਹਰ ਮੁਸੀਬਤ 'ਚੋਂ ਨਿਕਲਣ ਦਾ ਹੱਲ ਹੈ, ਤਾਂ ਬੰਦੇ ਨੂੰ ਇੱਕ ਸ਼ਾਂਤੀ ਮਿਲ ਜਾਂਦੀ। ਬੰਦਾ ਫਿਰ ਟਿਕ ਕੇ ਬਹਿ ਜਾਂਦਾ, ਕਹਿੰਦਾ ਲੈ ਜੇ ਮੁਰਸ਼ਿਦ ਨੇ ਕਹਿ ਦਿੱਤਾ, ਜੇ ਗੁਰੂ ਨੇ ਕਹਿ ਦਿੱਤਾ ਕਿ ਇਹ ਤੇਰੀ ਪਰੇਸ਼ਾਨੀ, ਇਹਦੇ 'ਚੋਂ ਨਿਕਲਣ ਦਾ ਮਾਰਗ ਹੈ, ਤਾਂ ਬੰਦਾ ਕਹਿੰਦਾ ਹੁਣ ਕਾਹਦੀ ਪਰਵਾਹ। ਜਦੋਂ ਬੱਚੇ ਨੂੰ ਪਤਾ ਲੱਗ ਜਾਂਦਾ ਹੁਣ ਕੁੰਡੀ ਖੁੱਲੀ ਹੈ, ਜਦੋਂ ਮਰਜ਼ੀ ਆਵਾਂ ਜਾਵਾਂ, ਤਾਂ ਬੱਚਾ ਫਿਰ ਰੋਣਾ ਵੀ ਬੰਦ ਕਰ ਦਿੰਦਾ। ਪਰ ਜਦ ਤੱਕ ਉਹਦੇ ਮਨ ਦੀ ਇੱਕ ਸੋਚ ਹੁੰਦੀ ਕਿ ਇਹ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ ਨਹੀਂ, ਉਹ ਤੜਫਦਾ ਹੈ, ਰੋਂਦਾ ਹੈ। ਅੱਜ ਇਹੀ ਇਨਸਾਨ ਦੀਆਂ ਮੁਸੀਬਤਾਂ ਪਰੇਸ਼ਾਨੀਆਂ ਦਾ ਵੀ ਕਾਰਨ ਹੈ ਕਿ ਜਦੋਂ ਇਨਸਾਨ ਆਪਣੇ ਦਿਮਾਗ ਅੰਦਰ ਆਪਣੇ ਰੋਗ ਨੂੰ, ਆਪਣੀ ਬਿਮਾਰੀ ਨੂੰ, ਆਪਣੇ ਜੀਵਨ ਦੀ ਕਮੀ ਨੂੰ, ਜਾਂ ਕੋਈ ਵੀ ਚੀਜ਼ ਹੋਵੇ, ਉਹਨੂੰ ਐਡਾ ਬੜਾ ਸਮਝ ਲੈਂਦਾ ਹੈ ਕਿ ਭਾਈ ਇੱਥੋਂ ਨਿਕਲਣਾ ਮੁਸ਼ਕਿਲ ਹੈ, ਇਹਦਾ ਕੋਈ ਹੱਲ ਹੈ ਨਹੀਂ, ਤਾਂ ਉਸ ਲਈ ਬੰਦਾ ਫਿਰ ਮਰਨਾ ਸ਼ੁਰੂ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਪਰ ਜਦੋਂ ਉਹਨੂੰ ਪਤਾ ਹੈ ਮੁਸੀਬਤ ਜਿੱਡੀ ਮਰਜ਼ੀ ਹੋਵੇ, ਪਰੇਸ਼ਾਨੀ ਜਿੱਡੀ ਮਰਜ਼ੀ ਹੋਵੇ, ਬਿਮਾਰੀ ਜਿੱਡੀ ਮਰਜ਼ੀ ਬੜੀ ਹੋਵੇ, ਪਰ ਮੇਰਾ ਮੁਰਸ਼ਿਦ ਬੈਠਾ ਮੈਨੂੰ ਹਰ ਬਿਮਾਰੀ ਚੋਂ ਕੱਢਣ ਵਾਲਾ, ਉਹ ਤਾਕਤ ਹੈ ਮੇਰੇ ਨਾਲ, ਤਾਂ ਫਿਰ ਬੰਦੇ ਨੂੰ ਇੱਕ ਸਕੂਨ, ਇੱਕ ਸ਼ਾਂਤੀ, ਇੱਕ ਚੈਨ ਆਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਗਿਆਨ ਦਾ ਮਤਲਬ ਇਹੀ ਹੈ ਕਿ ਗੁਰੂ ਸਾਨੂੰ ਉਹ ਗਿਆਨ ਦਿੰਦਾ ਹੈ ਕਿ ਬੇਟਾ ਜਾਂ ਪਿਆਰਿਆ, ਇਹ ਸਮਝ ਕਿ ਕੋਈ ਜੀਵਨ ਜਿੱਦਾਂ ਦੀ ਮੁਸੀਬਤ ਨਹੀਂ ਹੈ ਜਿਹਦਾ ਹੱਲ ਉਹਦੀ ਰਹਿਮਤ ਨਾ ਕਰ ਸਕੇ। ਇਸ ਲਈ ਤੈਨੂੰ ਡਰਨ ਦੀ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਤੁਹਾਨੂੰ ਵੀ ਇਹੀ ਗੱਲ ਕਹੀਦੀ ਹੈ ਕਿ ਜੀਵਨ 'ਚ ਤੁਹਾਡੇ ਕੋਈ ਮੁਸ਼ਕਿਲ ਪਰੇਸ਼ਾਨੀ ਹੋਵੇ ਤਾਂ ਕਦੀ ਆਪਣੇ ਆਪ ਨੂੰ ਇਦਾਂ ਨਾ ਸੋਚੋ ਕਿ ਲੈ ਵੀ ਇਹ 'ਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ ਨਹੀਂ, ਬਲਕਿ ਇਹ ਸੋਚਿਆ ਕਰੋ ਮੇਰੇ ਕੋਲ ਬੇਸ਼ੱਕ ਰਸਤਾ ਹੈ ਨਹੀਂ, ਪਰ ਮੇਰੇ ਮਾਲਿਕ ਕੋਲ ਹਰ ਮੁਸ਼ਕਿਲ ਦਾ ਹੱਲ ਹੈ। ਮੇਰੇ ਮਾਲਿਕ ਕੋਲ ਹਰ ਮੁਸ਼ਕਿਲ ਦੇ ਦਰਵਾਜ਼ੇ ਦੀ ਚਾਬੀ ਹੈ। ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਫਿਰ ਕੋਈ ਦਰਵਾਜ਼ਾ, ਕੋਈ ਦੁੱਖ, ਕੋਈ ਪਰੇਸ਼ਾਨੀ ਮੈਨੂੰ ਕੈਦ 'ਚ ਨਹੀਂ ਰੱਖ ਸਕਦੀ। ਉਹ ਆਏਗਾ ਔਰ ਸਾਰੇ ਦਰਵਾਜ਼ੇ ਤੋੜ ਕੇ ਮੈਨੂੰ ਲੈ ਜਾਏਗਾ। ਇਹ ਸਮਝਣਾ ਜ਼ਰਾ ਸਾਰਿਆਂ ਨੇ। ਇਹਨੂੰ ਕਹਿੰਦੇ ਆ ਪਿਆਰ, ਇਹਨੂੰ ਕਹਿੰਦੇ ਆ ਵਿਸ਼ਵਾਸ, ਇਹਨੂੰ ਕਹਿੰਦੇ ਆ ਆਪਣੇ ਮਾਲਿਕ ਤੇ ਯਕੀਨ ਕਰਨਾ। ਔਰ ਇਹ ਕਦੋਂ ਹੁੰਦਾ ਹੈ ਕਿ ਜਦੋਂ ਸਾਨੂੰ ਗੁਰੂਆਂ ਰਹਿਬਰਾਂ ਦੀ ਸੰਗਤ ਵਿੱਚ ਬਹਿ ਕੇ ਸਮਝਣ ਦਾ ਮੌਕਾ ਮਿਲਦਾ ਹੈ। ਅੱਜ ਤੁਸੀਂ ਸਤਸੰਗ 'ਚ ਬੈਠੇ ਹੋ, ਸਮਝਣ ਦਾ ਮੌਕਾ ਮਿਲਦਾ ਹੈ ਕਿ ਕੋਈ ਮੁਸ਼ਕਿਲ ਐਸੀ ਨਹੀਂ ਹੈ ਜਿਹਦਾ ਹੱਲ ਨਾ ਹੋਵੇ। ਤਾਂ ਇੰਨਾ ਸੁਣ ਕੇ ਬੰਦੇ ਨੂੰ ਇੱਕ ਸ਼ਾਂਤੀ ਮਿਲ ਜਾਂਦੀ ਹੈ ਕਿ ਜੇ ਮੇਰੇ ਜੀਵਨ 'ਚ ਇਸ ਲਈ ਪ੍ਰੋਬਲਮ ਹੈ ਨਾ, ਤਾਂ ਮੈਂ ਕਿਉਂ ਡਰਾਂ, ਕਿਉਂਕਿ ਮੈਨੂੰ ਮੇਰੇ ਮੁਰਸ਼ਿਦ ਨੇ ਕਹਿ ਦਿੱਤਾ ਕਿ ਹਰ ਮੁਸ਼ਕਿਲ ਦਾ ਹੱਲ ਹੈ। ਤੂੰ ਫਿਕਰ ਨਾ ਕਰ, ਵਿਸ਼ਵਾਸ ਰੱਖ, ਵਕਤ ਆਉਣ ਤੇ ਤੈਨੂੰ ਮੁਸ਼ਕਿਲ 'ਚੋਂ ਜ਼ਰੂਰ ਕੱਢਾਂਗੇ। ਬੋਲੋ ਸਮਝਦੇ ਹੋ ਕਿ ਨਹੀਂ? ਵਕਤ ਆਉਣ ਤੇ ਤੈਨੂੰ ਜ਼ਰੂਰ ਮੁਸ਼ਕਿਲ 'ਚੋਂ ਕੱਢਾਂਗੇ। ਜਦੋਂ ਇਨਸਾਨ ਇਹਨਾਂ ਵਚਨਾਂ ਤੇ ਯਕੀਨ ਰੱਖਦਾ ਹੈ ਤਾਂ ਫਿਰ ਮੁਸ਼ਕਿਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਹੀ ਚੀਜ਼ ਮਹਾਤਮਾ ਬੁੱਧ ਕਹਿ ਰਹੇ ਕਿ ਬਿਨਾਂ ਗੁਰੂ ਤੋਂ ਜੀਵਨ ਦੇ ਵਿੱਚ ਗਿਆਨ ਦਾ, ਸ਼ਾਂਤੀ ਦਾ ਔਰ ਆਨੰਦ ਦਾ ਦੀਪਕ ਕਦੀ ਨਹੀਂ ਜਗਦਾ।
ਸਮਝ ਦਿਓ। ਹੁਣ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਆਨੰਦ ਦਾ, ਗਿਆਨ ਦਾ ਔਰ ਸ਼ਾਂਤੀ ਦਾ ਦੀਪਕ ਜਗਾਉਣਾ ਹੈ। ਔਰ ਜਿਸ ਤਰ੍ਹਾਂ ਦੱਸਿਆ ਕਿ ਉਹਦੇ ਵਾਸਤੇ ਸਾਨੂੰ ਕੁਝ ਕਰਮ ਕਰਨੇ ਪੈਣਗੇ। ਬਸ ਉਹ ਕੁਝ ਪੁਆਇੰਟ, ਕੁਝ ਸਟੈਪ ਜੋ ਅਸੀਂ ਸਮਝਾਣੇ ਔਰ ਤੁਸੀਂ ਸਮਝਣੇ ਹੈ। ਸੋ ਪਹਿਲਾ ਸਟੈਪ ਅਸੀਂ ਕੀ ਸਮਝਣਾ ਹੈ? ਅਗਰ ਚਾਹੁੰਦੇ ਹਾਂ ਕਿ ਸਾਡੇ ਜੀਵਨ 'ਚ ਆਨੰਦ ਦਾ, ਸ਼ਾਂਤੀ ਦਾ ਦੀਪਕ ਬਲੇ, ਤਾਂ ਇਹ ਗਿਆਨ ਲੈਣਾ ਹੈ। ਕਿਉਂਕਿ ਸ਼ੁਰੂਆਤ ਉਹਨਾਂ ਨੇ ਗਿਆਨ ਤੋਂ ਕੀਤੀ। ਗਿਆਨ ਯਾਨੀ ਜੋ ਮੁਰਸ਼ਿਦ, ਜੋ ਗੁਰੂ ਰਹਿਬਰ ਸਾਨੂੰ ਸਮਝਾਉਂਦੇ ਹੈ, ਜਦੋਂ ਉਹਨੂੰ ਸਮਝ ਕੇ ਉਸ ਤੇ ਅਮਲ ਕਰਦੇ ਹਾਂ ਤਾਂ ਫਿਰ ਸਾਡੇ ਜੀਵਨ 'ਚ ਸ਼ਾਂਤੀ ਵੀ ਆਉਂਦੀ ਹੈ ਔਰ ਫਿਰ ਅਸੀਂ ਆਨੰਦ ਤੱਕ ਵੀ, ਪਰਮਾਤਮਾ ਤੱਕ ਵੀ ਪਹੁੰਚ ਜਾਂਦੇ ਹਾਂ। ਸੋ ਸਟੈਪ ਬਾਈ ਸਟੈਪ ਅੱਜ ਅਸੀਂ ਸਮਝਣਾ ਹੈ। ਗਿਆਨ ਤੋਂ ਸ਼ੁਰੂਆਤ ਕਰਨੀ ਹੈ, ਫਿਰ ਸ਼ਾਂਤੀ ਕਿੱਦਾਂ ਆਏਗੀ ਔਰ ਫਿਰ ਆਨੰਦ ਤੱਕ ਕਿੱਦਾਂ ਪਹੁੰਚਣਾ ਹੈ। ਸੋ ਪਹਿਲਾ ਪੁਆਇੰਟ ਅਸੀਂ ਕੀ ਸੀ? ਅਸੀਂ ਤੁਹਾਨੂੰ ਇੱਕ ਸਵਾਲ ਪੁੱਛਣਾ ਹੈ ਕਿ ਕੀ ਤੁਸੀਂ ਈਸ਼ਵਰ ਦੇ ਹੱਥ ਬਣੋਗੇ? ਕੀ ਤੁਸੀਂ ਈਸ਼ਵਰ ਦੇ ਹੱਥ ਬਣੋਗੇ? ਹੁਣ ਤੁਸੀਂ ਕਹਿਣਾ ਜੀ ਇਹ ਮਾਲਕ ਕਿਉਂ ਪੁੱਛ ਰਹੇ ਹੈ? ਤੇ ਇਹਦੇ ਪਿੱਛੇ ਕਹਾਣੀ ਹੈ, ਫਿਰ ਸਮਝ आएगा। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी की लेटेस्ट सत्संग की वीडियो को सबसे पहले देखने के लिए।